ਹੋਸਟਲ ਜਾਂਦੇ ਤਾਂ ਹੋਸਟਲ ਦੇ ਲਿਵਿੰਗ ਸਟੈਂਡਰਡਸ ਮਾੜੇ ਨੇ। ਮੈਸ ਵਿੱਚ ਖਾਣਾ ਖਾਣ ਜਾਂਦੇ ਤਾਂ ਖਾਣੇ ਦੀ ਕੁਆਲਿਟੀ ਘੱਟ ਹੈ। ਟੀਚਰ ਕਲਾਸ ਵਿੱਚ ਜਾਂਦੇ ਆ ਤਾਂ ਕਲਾਸਰੂਮਸ ਵਿੱਚ ਕੋਈ ਅਪਗ੍ਰੇਡੇਸ਼ਨ ਨਹੀਂ ਹੈ, ਕੋਈ ਐਡਵਾਂਸ ਸਿਸਟਮ ਨਹੀਂ ਹੈ। ਪਰ ਕੁੜੀਆਂ ਦੇ ਇੱਕ ਸਿਕਿਉਰਿਟੀ ਨੂੰ ਲੈ ਕੇ ਬਹੁਤ ਮਸਲਾ ਉੱਠਿਆ ਸੀ ਵੀ ਸ਼ਾਮ ਦੇ ਸਮੇਂ ਜੀ ਉਰੇ ਡਾਰਾਂ ਘੁੰਮਦੀਆਂ ਰਹਿੰਦੀਆਂ ਨੇ, ਗੱਡੀਆਂ ਘੁੰਮਦੀਆਂ ਰਹਿੰਦੀਆਂ ਨੇ, ਗੇੜੀਆਂ ਵੱਜਦੀਆਂ ਰਹਿੰਦੀਆਂ ਨੇ। ਪਿੱਛੇ ਜੇ ਸਚਿਨ ਹੋਰਾਂ ਨੇ ਮਸਲਾ ਕਾਫੀ ਚੱਕਿਆ ਸੀ ਜਦੋਂ ਧਰਨਾ ਵੀ ਲਾਇਆ ਸੀ। ਇਹ ਚੀਜ਼ ਨੂੰ ਸ਼ੋਰ ਕਰੋਗੇ ਵੀ ਜੇ ਉਰੇ ਧੀ ਭੈਣ ਕੋਈ ਫਿਰਦੀ ਆ ਤਾਂ ਉਹਨੂੰ ਕੋਈ ਕਮ ਸੇ ਕਮ ਇਹ ਅਨਸੇਫ ਫੀਲ ਨਾ ਹੋਵੇ, ਜੇ ਕੋਈ ਬਾਹਰੋਂ ਵੀ ਆਉਂਦੀ ਹੈ ਜਾਂ ਉਰੇ ਵੀ ਹੈ। ਪ੍ਰੋਪਰ ਚੈਕਿੰਗ ਹੋਏ ਐਟਲੀਸਟ ਰਾਤ ਵੇਲੇ, ਤਾਂ ਜੇ ਕੋਈ ਗੱਡੀਆਂ ਗੁੱਡੀਆਂ 'ਚ ਆਊਟਸਾਈਡਰ ਆ ਰਿਹਾ ਉਹਨਾਂ ਨੂੰ ਰੋਕਿਆ ਜਾਵੇ। ਰਾਤ ਵੇਲੇ ਤਾਂ ਸਪੈਸ਼ਲੀ ਇਸ ਚੀਜ਼ 'ਤੇ ਧਿਆਨ ਦਿੱਤਾ ਜਾਵੇ ਤੇ ਹੋਰ ਸਿਕਿਉਰਿਟੀ ਪਰਸਨਲ ਇੱਥੇ ਰੱਖਿਆ ਜਾਵੇ। ਜਿਵੇਂ ਤੁਸੀਂ ਆਪ ਵੀ ਰੌਲਾ ਪਾਉਂਦੇ ਰਹੇ ਹੋ ਤੇ ਬਾਕੀ ਵੀ ਆਰਗੇਨਾਈਜੇਸ਼ਨਾਂ ਰੌਲਾ ਪਾਉਂਦੀ ਰਹੀ ਵੀ ਪ੍ਰਧਾਨਤਾ ਜੀ ਉਰੇ ਦਿਖਦਾ ਨਹੀਂ ਹੈਗਾ। ਸਰ ਬਿਲਕੁਲ ਡਟੇ ਰਹਾਂਗੇ। ਇਹਦੇ ਲਈ ਫਾਈਨੈਂਸ਼ੀਅਲ ਕਮੇਟੀ ਬਣਾਉਣੀ ਅਸੀਂ ਇੱਕ, ਜਿਹਦੇ ਵਿੱਚ ਇਕਨੋਮਿਕਸ ਡਿਪਾਰਟਮੈਂਟ ਦੇ ਆਪਾਂ ਪ੍ਰੋਫੈਸਰਸ ਇੰਕਲੂਡ ਕਰਾਂਗੇ। ਕਾਉਂਸਲ ਬ੍ਰਿਜ ਬਣੇਗਾ ਪੰਜਾਬ ਸਰਕਾਰ ਨਾਲ ਗੱਲ ਕਰਨ ਦਾ। ਉਹਨਾਂ ਦੀ ਛੋਟੀ ਸੋਚ ਦਰਸਾਊਗੀ ਇਹ ਚੀਜ਼ ਕਿ ਜੇ ਉਹਨਾਂ ਨੇ ਇਹ ਕਿਹਾ ਕਿ ਵੀ CYSS ਕਾਉਂਸਲ 'ਚ ਨਹੀਂ ਹੈ, ਹੁਣ ਆਪਾਂ ਕੰਮ ਨਹੀਂ ਕਰਨਾ। ਸਤਿ ਸ਼੍ਰੀ ਅਕਾਲ। 6 ਸਾਲ ਤੋਂ ਬਾਅਦ NSUI ਨੇ ਆਪਦਾ ਇੱਕ ਵਾਰੀ ਫੇਰ ਤੋਂ ਕੌਂਸਲ ਦਾ ਪ੍ਰਧਾਨ ਬਣਾਇਆ ਤੇ ਸਭ ਤੋਂ ਵੱਡੀ ਗੱਲ ਤਾਂ ਜੇ ਕਹੀਏ ਨਾ ਵੀ ਦੇਸੀ ਕੀ ਹੁੰਦੀ ਹੈ ਕਿ ਸਟੂਡੈਂਟ ਸੈਂਟਰ ਦੇ ਕਮਰੇ ਦੇ ਵਿੱਚ ਜਦੋਂ ਪ੍ਰਧਾਨ ਦੀ ਕੁਰਸੀ ਲੱਗਦੀ ਆ ਤੇ ਨਾਲ ਹੀ ਸਭ ਤੋਂ ਵੱਡੀ ਗੱਲ ਇਹ ਕਿ ਜਤਿੰਦਰ ਸਿੰਘ ਵਿਰਕ ਸਾਡੇ ਨਾਲ ਹੈ, ਉਹਦੇ ਨਾਲ ਗੱਲ ਕਰਾਂਗੇ ਕਿਉਂਕਿ ਪ੍ਰਧਾਨਗੀ ਦੀ ਸੀਟ ਤੇ ਬੈਠਾ ਤੇ ਨਾਲ ਹੀ ਜਤਿੰਦਰ ਜੇ ਕਹੀਏ ਨਾ ਬਠਿੰਡੇ ਵਾਲੇ ਲੋਕਾਂ ਨੂੰ ਬਹੁਤ ਪਹਿਲਾਂ ਖੈਰ ਜੇ ਦੇਖਿਆ ਜਾਵੇ ਆਮ ਤੌਰ ਤੇ ਲੋਕ ਮਜ਼ਾਕ ਕਰਦੇ ਹੁੰਦੇ ਨੇ, ਪਰ ਬਠਿੰਡੇ ਵਾਲੇ ਮੁੰਡੇ ਨੇ ਸਟੂਡੈਂਟ ਕੌਂਸਲ ਦੀ ਜਿਹੜੀ ਕੁਰਸੀ ਉਹ ਵੀ ਵੱਡੀ ਕੁਰਸੀ ਹੈ ਜਿਹੜੀ ਹਾਸਲ ਕਰੀ। ਪਹਿਲਾਂ ਲੱਗਦਾ ਸੀਗਾ ਵੀ ਇਸ ਤਰ੍ਹਾਂ ਦੇ ਨਾਲ, ਕਿਉਂਕਿ ਪਹਿਲਾਂ ਚੜ੍ਹਦੇ ਬਹੁਤ ਦੇਖੇ ਹੋਣੇ ਕੁਰਸੀਆਂ ਤੇ, ਤੁਹਾਨੂੰ ਘੋੜੀ ਚੜ੍ਹਦੇ ਜਿਵੇਂ ਕਹਿੰਦੇ ਹੁੰਦੇ ਵੀ ਦੇਖਿਆ ਆਪਾਂ ਨੇ, ਉਦੋਂ ਆਉਂਦਾ ਸੀ ਮਨ 'ਚ ਵੀ ਮੈਂ ਵੀ ਬੈਠੂੰਗਾ ਉਰੇ ਕਦੇ? ਦੇਖੋ ਸਰ, ਮੈਂ ਇਸ ਕੈਂਪਸ ਵਿੱਚ 7 ਸਾਲ ਪਹਿਲਾਂ ਆਇਆ ਸੀ, ਪਰ ਕਦੇ ਵੀ ਇਹ ਨਹੀਂ ਸੋਚਿਆ ਸੀ ਕਿ ਪ੍ਰਧਾਨ ਬਣਨ ਲਈ ਕੈਂਪਸ ਵਿੱਚ ਸਟੂਡੈਂਟ ਲਈ ਕੰਮ ਕਰਨਾ, ਸਟੂਡੈਂਟਸ ਦੀ ਵੈਲਫੇਅਰ ਕਰਨੀ ਸੀ, ਇਸ ਲਈ ਕੰਮ ਕਰਦਾ ਸੀ। ਤੇ ਹਮੇਸ਼ਾ ਤੋਂ ਏਜੰਡਾ ਇਹ ਸੀ, ਕੋਈ ਹੋਰ ਬਣਦਾ ਸੀ ਜੋ ਵੀ ਬਣਦੇ ਸੀ ਉਹਨਾਂ ਤੇ ਇੰਨਾ ਧਿਆਨ ਨਹੀਂ ਦਿੰਦੇ ਸੀ, ਸਟੂਡੈਂਟਸ ਦੇ ਮੁੱਦੇ ਕਿਆ ਉਸ ਤੇ ਹਮੇਸ਼ਾ ਧਿਆਨ ਰਹਿੰਦਾ ਸੀ। ਇੰਨੇ ਸਾਲ ਕੰਮ ਕਰਨ ਤੋਂ ਬਾਅਦ ਆਰਗੇਨਾਈਜੇਸ਼ਨ ਨੇ NSUI ਨੇ ਇਸ ਵਾਰ ਮੌਕਾ ਦਿੱਤਾ ਕਿ ਤੁਸੀਂ ਲੜੋ, ਤੇ ਮੌਕਾ ਮਿਲਿਆ, ਕੰਮ ਕੀਤਾ, ਸਟੂਡੈਂਟਸ ਨੇ ਸਾਡਾ ਏਜੰਡਾ ਪਸੰਦ ਕੀਤਾ, ਪਲਾਨ ਪਸੰਦ ਕੀਤਾ, ਤਾਂ ਅੱਜ ਕੁਰਸੀ ਤੇ। ਕਦੋਂ ਜੁੜੇ ਫਿਰ ਤੁਸੀਂ ਆਉਣ ਸਾਰ ਤੋਂ ਕਿੰਨੇ ਸਮੇਂ ਬਾਅਦ ਜਦੋਂ ਤੁਸੀਂ ਯੂਨੀਵਰਸਿਟੀ ਜੁਆਇਨ ਕਰੀ? NSUI ਨਾਲ ਸਰ ਮੈਂ ਕੁਛ ਲਾ ਲਓ 15-20 ਦਿਨ ਪਹਿਲਾਂ ਜੁੜਿਆ, ਪਰ ਜਿਹੜੀ ਆਰਗੇਨਾਈਜੇਸ਼ਨ ਨਾਲ ਮੈਂ ਕੰਮ ਕਰਦਾ ਸੀ ਉਸ ਤੋਂ ਮੈਂ ਪਿਛਲੇ 1.5 ਸਾਲ ਤੋਂ ਇਨਐਕਟਿਵ ਸੀਗਾ। ਇੱਥੇ ਮੈਂ NSUI ਦੀ ਟੀਮ ਨਾਲ ਟੱਚ ਵਿੱਚ ਸੀਗਾ ਪਿਛਲੇ ਸਾਲ ਤੋਂ ਹੀ, ਵਰਕਿੰਗ ਦੇਖੀ, ਮੈਂ ਸਮਝੀ ਵੀ ਕਿੱਦਾਂ ਇੱਥੇ ਡੈਮੋਕ੍ਰੈਟਿਕ ਸਟਰਕਚਰ ਹੈ, ਫਰੀडम ਆਫ ਐਕਸਪ੍ਰੈਸ਼ਨ ਹੈ, ਐਕਟਿਵਿਜ਼ਮ ਜਿਹੜੀ ਆ ਉਹ ਸਿਲੈਕਟਿਵ ਨਹੀਂ ਹੈ। ਮੈਂ ਪਿਛਲੇ ਪੂਰੇ 1 ਸਾਲ ਤੋਂ ਇਹ ਚੀਜ਼ਾਂ ਆਬਜ਼ਰਵ ਕੀਤੀਆਂ। ਫਿਰ ਜਦੋਂ ਮੈਨੂੰ ਮੌਕਾ ਮਿਲਿਆ, ਰਾਈਟ ਟਾਈਮ ਆਇਆ, ਉਦੋਂ ਮੈਂ ਜੁਆਇਨ ਵੀ ਕੀਤੀ ਤੇ ਫਿਰ ਮੈਂ ਚੁਣਾਵ ਵੀ ਲੜਿਆ ਤੇ ਜਿੱਤ ਲਈ। ਬਠਿੰਡੇ ਤੋਂ ਜਾਂ ਕੋਈ ਪਿੰਡ ਤੋਂ? ਮੇਰਾ ਪਿੰਡ ਹੈ ਜੀ, ਬਰਕੰਦੀ ਪਿੰਡ ਹੈ, ਬਠਿੰਡੇ ਤੋਂ ਨੇੜੇ ਪੈਂਦਾ। ਤੇ ਜੇ ਦੇਖਿਆ ਜਾਵੇ ਪਰਿਵਾਰਕ ਤੌਰ ਤੇ ਕੋਈ ਸੀਗਾ ਇਸ ਤਰ੍ਹਾਂ ਦਾ ਪਿਛੋਕੜ ਜਾਂ ਲੱਗਦਾ ਹੋਵੇ ਉਹਨਾਂ ਨੂੰ ਵੀ ਸਾਡਾ ਮੁੰਡਾ ਕੱਲ੍ਹ ਨੂੰ ਕੋਈ ਸਿਆਸਤ 'ਚ ਜਾਊ? ਕਿਉਂਕਿ ਜਿਹੜੀ ਪ੍ਰਧਾਨ ਦੀ ਸਿਆਸਤ ਹੈਗਾ ਯੂਨੀਵਰਸਿਟੀ ਦੀ, ਉਦੋਂ ਬਾਅਦ ਕਈ ਰਸਤੇ ਖੁੱਲਦੇ ਨੇ ਉਹਦੇ ਅੱਗੇ, ਉਹ ਜਾਣਾ ਚਾਹੇ ਨਾ ਜਾਣਾ ਚਾਹੇ ਉਹ ਤੇ ਡਿਪੈਂਡ ਕਰਦਾ ਹੈਗਾ। ਪਰਿਵਾਰਕ ਤੌਰ ਤੇ ਸੀ ਕਦੇ ਵੀ ਮੁੰਡਾ ਇਸ ਤਰ੍ਹਾਂ ਦੇ ਇਲੈਕਸ਼ਨ 'ਚ? ਨਹੀਂ ਸਰ, ਬਿਲਕੁਲ ਪਰਿਵਾਰਿਕ ਤੌਰ ਤੇ ਇਹੋ ਜਿਹਾ ਕੁਝ ਨਹੀਂ ਸੀਗਾ। ਪਰਿਵਾਰ ਵਾਲੇ ਮੇਰੇ ਸਰਕਾਰੀ ਜੌਬ ਕਰਦੇ ਆ। ਮੇਰੇ ਫਾਦਰ ਨਹਿਰੂ ਯੁਵਾ ਕੇਂਦਰ ਸੰਗਠਨ ਹੈ, ਸਰਕਾਰੀ ਮਹਿਕਮਾ ਸੈਂਟਰਲ ਗਵਰਨਮੈਂਟ ਦਾ ਜੌਬ ਕਰਦੇ ਨੇ, ਤੇ ਮਦਰ ਮੇਰੀ ਹੋਮ ਮੇਕਰ ਹੈ, ਤੇ ਕੋਈ ਇਹੋ ਜਿਹਾ ਬੈਕਗਰਾਉਂਡ ਨਹੀਂ ਸੀ ਕਿ ਪੋਲੀਟੀਕਲ ਬੈਕਗਰਾਉਂਡ ਹੈ ਤਾਂ ਕਰਕੇ ਪ੍ਰਧਾਨ ਲੜਿਆ। ਬਿਲਕੁਲ ਆਮ ਪਰਿਵਾਰ ਵਾਂਗੂ, ਆਮ ਪਰਿਵਾਰ ਤੋਂ ਤਾਲੁਕਾਤ ਰੱਖਦਾ ਹੋਇਆ ਇੱਕ ਸਟੂਡੈਂਟ ਸੀਗਾ ਯੂਨੀਵਰਸਿਟੀ ਦਾ, ਜਿਹਨੂੰ NSUI ਨੇ ਮੌਕਾ ਦੇ ਕੇ ਐਤਕੀ ਪ੍ਰਧਾਨ ਬਣਾਇਆ। ਪਰ ਜ਼ਿਆਦਾ ਕੀ ਚੀਜ਼ਾਂ ਜੇ ਦੇਖੀਏ ਵੀ ਚਲੋ ਹੁਣ ਤਾਂ ਤੁਹਾਡੇ ਕੋਲ ਪ੍ਰਧਾਨ ਦੀ ਕੁਰਸੀ ਆ, ਹੁਣ ਤੁਹਾਡੀ ਚਿੱਠੀ ਵੀ ਮਾਇਨੇ ਰੱਖੂ, ਕਿਸੇ ਨੂੰ ਲਿਖੋਗੇ ਤਾਂ ਕੋਈ ਗੱਲ ਕਹੋਗੇ ਉਹ ਵੀ ਮਾਇਨੇ ਰੱਖੂਗੀ। ਸਭ ਤੋਂ ਜ਼ਿਆਦਾ ਜੇ ਦੇਖਿਆ ਜਾਵੇ ਉਰੇ ਆਮ ਤੌਰ ਤੇ ਸਟੂਡੈਂਟ ਨੂੰ ਦਿੱਕਤਾਂ ਆਉਂਦੀਆਂ ਕੀ ਨੇ, ਜਿਹੜੀਆਂ ਐਕਚੁਅਲ 'ਚ ਇੱਕ ਇਮਾਨਦਾਰੀ ਨਾਲ ਜੇ ਕਹੀਏ, ਚਾਹੇ ਤੁਸੀਂ NSUI ਦੇ ਹੋ ਨਾ ਹੋ, ਮਾਇਨੇ ਨਹੀਂ ਰੱਖਦਾ ਹੈਗਾ। ਜਿਹੜਾ ਆਮ ਮੁੰਡਾ ਕੋਈ ਆਉਂਦਾ ਕਿਤੋਂ ਨਿਕਲ ਕੇ ਜਦੋਂ ਯੂਨੀਵਰਸਿਟੀ ਜੁਆਇਨ ਕਰਦਾ, ਕੀ ਦਿੱਕਤਾਂ ਆਉਂਦੀਆਂ? ਦੇਖੋ, ਕੋਈ ਆਉਂਦਾ ਇੱਥੇ ਵੱਖ-ਵੱਖ ਏਰੀਆਜ਼ ਤੋਂ, ਖੇਤਰਾਂ ਤੋਂ ਲੋਕ ਆਉਂਦੇ ਆ। ਸਭ ਤੋਂ ਪਹਿਲਾਂ ਹੋਸਟਲ ਆਉਂਦੇ ਆ। ਹੋਸਟਲ ਜਾਂਦੇ ਤਾਂ ਹੋਸਟਲ ਦੇ ਲਿਵਿੰਗ ਸਟੈਂਡਰਡਸ ਮਾੜੇ ਨੇ। ਮੈਸ ਵਿੱਚ ਖਾਣਾ ਖਾਣ ਜਾਂਦੇ ਤਾਂ ਖਾਣੇ ਦੀ ਕੁਆਲਿਟੀ ਘੱਟ ਹੈ। ਟੀਚਰ ਕਲਾਸ ਵਿੱਚ ਜਾਂਦੇ ਆ ਤਾਂ ਕਲਾਸਰੂਮਸ ਵਿੱਚ ਕੋਈ ਅਪਗ੍ਰੇਡੇਸ਼ਨ ਨਹੀਂ ਹੈ, ਕੋਈ ਐਡਵਾਂਸ ਸਿਸਟਮ ਨਹੀਂ ਹੈ। ਡੇ ਸਕਾਲਰਸ ਲਈ ਜੇ ਕੋਈ ਗੱਡੀਆਂ ਗੁੱਡੀਆਂ ਲੈ ਕੇ ਆਉਂਦੇ, ਪਾਰਕਿੰਗ ਪੁਰਕਿੰਗ ਦਾ ਪ੍ਰਬੰਧ ਨਹੀਂ। ਬਹੁਤ ਸਾਰੇ ਇਸ਼ੂਜ਼ ਹੈ ਇੱਥੇ, ਬਹੁਤ ਸਾਰੇ ਇਸ਼ੂਜ਼ ਹੈ, ਤੇ ਸਾਲਾਂ ਤੋਂ ਇਸ਼ੂਜ਼ ਨੇ ਇੱਥੇ। ਐਵੇਂ ਨਹੀਂ ਹੈ ਕਿ ਪਿਛਲੇ ਸਾਲ ਕੋਈ ਇਸ਼ੂ ਕ੍ਰੀਏਟ ਹੋ ਗਿਆ, ਬਹੁਤ ਸਾਲਾਂ ਤੋਂ ਇਸ਼ੂਜ਼ ਚੱਲ ਰਹੇ ਆ। ਇਹਨਾਂ ਤੇ ਕੰਮ ਕਰਨ ਦੀ ਲੋੜ ਹੈ, ਤੇ ਕੰਮ ਹਰ ਇੱਕ ਪਾਰਟੀ ਕਰਦੀ ਹੈ ਮੈਮੋਰੈਂਡਮ ਦੇਣ ਦਾ। ਅਸੀਂ ਮੈਮੋਰੈਂਡਮ ਨਹੀਂ ਦੇਣੇ, ਅਸੀਂ ਕਮੇਟੀ ਬਣਾ ਕੇ ਇਹਨਾਂ ਨੂੰ ਸੋਲਵ ਕਰਾਉਣਾ ਹੈ। ਨਹੀਂ, ਪਰ ਜੇ ਦੇਖੀਏ ਸੌਖਾ ਹੋ ਜਾਂਦਾ ਵੀ ਜਿਵੇਂ ਜਦੋਂ ਜੇ ਕਹੀਏ ਕਿ ਪੰਜਾਬ ਯੂਨੀਵਰਸਿਟੀ ਤੇ ਸਭ ਤੋਂ ਵੱਡਾ ਜਿਹੜਾ ਜੇ ਕਹੀਏ ਕਿ ਥਾਪ ਵੀ ਉਹ ਵੀ ਪੰਜਾਬ ਦੀ ਆ, ਪੰਜਾਬ ਦੀ ਸਰਜ਼ਮੀਨ ਤੇ ਬਣੀ ਆ। ਫਿਰ ਗੱਲ ਆ ਗਈ ਪੰਜਾਬ ਦਾ ਹੀ ਉਰੇ ਬਹੁਤ ਵੱਡਾ ਰੋਲ ਰਹਿੰਦਾ ਹੈਗਾ, ਪੰਜਾਬ ਸਰਕਾਰ ਦਾ ਬਹੁਤ ਵੱਡਾ ਰੋਲ ਰਹਿੰਦਾ ਹੈ।
ਤੁਹਾਨੂੰ ਲੱਗਦਾ ਵੀ ਜਿਵੇਂ ਪਿਛਲੀ ਵਾਰ CYSS ਸੀ ਉਹ ਦਾਅਵਾ ਕਰਦੇ ਸੀ ਵੀ ਸਾਡੀ ਚਲੋ ਉਹਨਾਂ ਦੀ ਸਰਕਾਰ ਬਣ ਗਈ ਸੂਬੇ ਦੇ ਵਿੱਚ ਤਾਂ ਆਟੋਮੈਟਿਕਲੀ ਗੱਲ ਸੀ ਉਹਨਾਂ ਨੂੰ ਫੰਡਿੰਗ ਲਿਆਉਣ 'ਚ ਗੱਲਬਾਤ ਦਾ ਇੱਕ ਜ਼ਰੀਆ ਬੜਾ ਸੌਖਾ ਹੋ ਜਾਂਦਾ ਤੁਹਾਡੇ ਤੁਸੀਂ ਉਹ ਰਸਤੇ ਨੂੰ ਕਿਵੇਂ ਬ੍ਰੇਕ ਕਰ ਪਾਓਗੇ ਕੀ ਲੱਗਦਾ ਕਿਉਂਕਿ ਉੱਥੇ ਜੇ ਕਾਂਗਰਸ ਦੀ ਹੁੰਦੀ ਤਾਂ ਗੱਲ ਵੱਖਰੀ ਸੀ ਪਰ ਹੁਣ ਪਾਰਟੀ ਉਹਦੀ ਹੈ ਜਿਨ੍ਹਾਂ ਦਾ ਸਟੂਡੈਂਟ ਵਿੰਗ ਹਾਰਿਆ ਸਰ ਮੇਰੀ ਗੱਲ ਸੁਣੋ ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ 'ਚ ਉਹ ਇੰਨੀ ਛੋਟੀ ਸੋਚ ਦੀ ਪਾਰਟੀ ਹੋਏਗੀ ਜੇ ਉਹਨਾਂ ਨੇ ਸਾਡੇ ਨਾਲ ਇਹ ਇਸ ਤਰ੍ਹਾਂ ਦਾ ਬ੍ਰਿਜ ਜਿਹੜਾ ਹੈ ਕਾਉਂਸਲ ਬ੍ਰਿਜ ਬਣੇਗਾ ਪੰਜਾਬ ਸਰਕਾਰ ਨਾਲ ਗੱਲ ਕਰਨ ਦਾ ਉਹਨਾਂ ਦੀ ਛੋਟੀ ਸੋਚ ਦਰਸਾਊਗੀ ਇਹ ਚੀਜ਼ ਕਿ ਜੇ ਉਹਨਾਂ ਨੇ ਇਹ ਕਿਹਾ ਕਿ ਵੀ CYSS ਕਾਉਂਸਲ 'ਚ ਨਹੀਂ ਹੈ ਹੁਣ ਆਪਾਂ ਕੰਮ ਨਹੀਂ ਕਰਨੇ ਜੇ ਮੈਂ ਯੂਨੀਵਰਸਿਟੀ ਬਾਰੇ ਸੋਚਦਾ ਹਾਂ ਵੈਸੇ ਭਗਵੰਤ ਮਾਨ ਕਹਿੰਦੇ ਰਹਿੰਦੇ ਨੇ ਤੇ ਜੇ ਉਹ ਯੂਨੀਵਰਸਿਟੀ ਬਾਰੇ ਸੋਚਦੇ ਆ ਤਾਂ ਫਿਰ ਕਾਉਂਸਲ ਭਾਵੇਂ NSA ਦੀ ਹੋ ਕਾਉਂਸਲ ਭਾਵੇਂ ਕਿਸੇ ਦੀ ਵੀ ਹੋ ਉਹਨਾਂ ਨੇ ਸਟੂਡੈਂਟ ਇੱਥੇ ਯੂਨੀਵਰਸਿਟੀ ਲਈ ਕੰਮ ਕਰਨਾ ਹੈ ਨਾਲੇ ਉਹਨਾਂ ਦੀ ਇਹ ਰਿਸਪੌਂਸਿਬਿਲਿਟੀ ਵੀ ਹੈ 40% ਸਟੇਕ ਕਿਉਂ ਲਿਆ ਫਿਰ ਜੇ ਤੁਸੀਂ ਕੰਮ ਹੀ ਨਹੀਂ ਕਰਨਾ ਜੇ ਤੁਸੀਂ ਕੰਮ ਹੀ ਤਾਂ ਕਰਨਾ ਹੈ ਕਿ CYSS ਕਾਉਂਸਲ 'ਚ ਆਏ ਫਿਰ ਤਾਂ ਤੁਸੀਂ ਛੱਡ ਦਿਓ ਫਿਰ ਤੁਸੀਂ ਸਟੇਕ ਹੀ ਛੱਡ ਦਿਓ ਇੱਥੋਂ ਦੀ ਅਦਰਵਾਈਜ਼ ਜੇ ਸਟੇਕ ਹੈ ਤੁਹਾਡਾ ਪੰਜਾਬ ਸਰਕਾਰ ਦਾ ਸਟੇਕ ਹੈ ਫਿਰ ਤੁਸੀਂ ਪੈਸੇ ਵੀ ਦੇਣੇ ਆ ਤੇ ਇੱਥੇ ਦੀ ਜ਼ਿੰਮੇਵਾਰੀ ਵੀ ਚੁੱਕਣੀ ਹੈ ਤੇ ਅਸੀਂ ਵੀ ਡਿਮਾਂਡ ਕਰਾਂਗੇ ਕਿ ਉਹ ਜਿਹੜਾ ਤੁਸੀਂ ਪਰਚਾ ਚੱਕਿਆ 49-50 ਕਰੋੜ ਵਾਲਾ ਹੋਸਟਲ ਦਾ ਉਹਨੂੰ ਪੈਸੇ ਅਕਾਊਂਟ 'ਚ ਵੀ ਪਹੁੰਚਣ ਇਹ ਚੀਜ਼ ਅਸੀਂ ਵੀ ਪ੍ਰੈਸ਼ਰ ਪਾਵਾਂਗੇ ਉਹਨਾਂ ਤੇ ਡੈਫੀਨਿਟਲੀ ਕੰਮ ਕਰਾਂਗੇ ਚੀਜ਼ ਹੋਰ ਸੀ ਕਿ ਉਰੇ ਜਦੋਂ ਵੀ ਗੱਲ ਆਉਂਦੀ ਹੈ ਪੰਜਾਬ ਯੂਨੀਵਰਸਿਟੀ ਤੇ ਜਿਵੇਂ ਕਹਦੀ ਨਾ ਸੰਕਟ ਵੀ ਵਿਚਾਰੀ ਤੇ ਉਨਾ ਹੀ ਰਹਿੰਦਾ ਫਾਈਨੈਂਸ਼ੀਅਲ ਤੌਰ ਤੇ ਵੀ ਜੇ ਦੇਖਿਆ ਜਾਵੇ ਫਿਰ ਦੂਜੇ ਪਾਸੇ ਆਉਂਦਾ ਵੀ ਹਰਿਆਣਾ ਪਿੱਛੇ ਜੇ ਮੰਗ ਰਿਹਾ ਸੀਗਾ ਪੰਜਾਬ ਵਾਲੇ ਉਦੋਂ ਫਿਰ ਸਿੰਡੀਕੇਟ ਵਾਲਾ ਮਸਲਾ ਬਹੁਤ ਉੱਠਿਆ ਸੀਨੇਟ ਵਾਲਾ ਮਸਲਾ ਬਹੁਤ ਉੱਠਿਆ ਇਹ ਮਸਲਿਆਂ ਨੂੰ ਲੈ ਕੇ ਜਤਿੰਦਰ ਉਰੀ ਡਟਿਆ ਦਿਖਾਈ ਦੇਊਗਾ ਜਾਂ ਫਿਰ ਜਿਵੇਂ ਤੁਸੀਂ ਆਪ ਵੀ ਰੌਲਾ ਪਾਉਂਦੇ ਰਹੇ ਹੋ ਤੇ ਬਾਕੀ ਵੀ ਆਰਗੇਨਾਈਜੇਸ਼ਨ ਰੌਲਾ ਪਾਉਂਦੀ ਰਹੀ ਵੀ ਪ੍ਰਧਾਨਤਾ ਜੀ ਉਰੇ ਦਿਖਦਾ ਨਹੀਂ ਹੈਗਾ ਸਰ ਬਿਲਕੁਲ ਡਟੇ ਰਹਾਂਗੇ ਇਹਦੇ ਲਈ ਫਾਈਨੈਂਸ਼ੀਅਲ ਕਮੇਟੀ ਬਣਾਉਣੀ ਆ ਅਸੀਂ ਇੱਕ ਜਿਹਦੇ ਵਿੱਚ ਇਕਨੋਮਿਕਸ ਡਿਪਾਰਟਮੈਂਟ ਦੇ ਆਪਾਂ ਪ੍ਰੋਫੈਸਰਸ ਇੰਕਲੂਡ ਕਰਾਂਗੇ ਕੁਝ ਹੋਰ ਲੀਗਲ ਡਿਪਾਰਟਮੈਂਟ ਦੇ ਲੋਕਾਂ ਨੂੰ ਇੰਕਲੂਡ ਕਰਾਂਗੇ ਤੇ ਸਟੂਡੈਂਟ ਰਿਪਰੈਜ਼ੈਂਟੇਟਿਵ ਵੀ ਤੇ ਕਾਉਂਸਲ ਰਿਪਰੈਜ਼ੈਂਟੇਟਿਵ ਵੀ ਤੇ ਇਸ ਤੇ ਚਰਚਾ ਕਰਾਂਗੇ ਕਿ ਕਿਆ ਕਿੱਥੇ ਆਪਾਂ ਨੂੰ ਕਿੰਨੇ ਫੰਡ ਦੀ ਰਿਕੁਆਇਰਮੈਂਟ ਹੈ ਅਸੀਂ ਆਪਣੀ ਲੀਡਰਸ਼ਿਪ ਨਾਲ ਵੀ ਗੱਲ ਕਰਾਂਗੇ ਟੌਪ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨਾਲ ਗੱਲ ਕਰਾਂਗੇ 2014 ਵਿੱਚ ਵੀ ਜਦੋਂ ਇੱਥੇ ਕਾਉਂਸਲ ਆਈ ਸੀ ਰਾਹੁਲ ਗਾਂਧੀ ਜੀ ਤੋਂ 200 ਕਰੋੜ ਰੁਪਏ ਇੱਥੇ ਮੁਹੱਈਆ ਕਰਾਏ ਗਏ ਸੀ ਇਸ ਵਾਰ ਵੀ ਅਸੀਂ ਗੱਲ ਕਰਕੇ ਦੇਖਾਂਗੇ ਪਲਾਨ ਲੈ ਕੇ ਜਾਵਾਂਗੇ ਕਿ ਇਸ ਪਾਸੇ ਆਪਾਂ ਨੂੰ ਇਸ ਸੈਕਟਰ ਵਿੱਚ ਯੂਨੀਵਰਸਿਟੀ ਦੇ ਇੰਨੇ ਪੈਸੇ ਦੀ ਲੋੜ ਹੈ ਤੇ ਅਗਰ ਉਹ ਕਰ ਸਕਦੇ ਹੋਏ ਜਾਂ ਜਿੰਨਾ ਉਹਨਾਂ ਲਈ ਪੋਸੀਬਲ ਹੋਇਆ ਉਹ ਚੀਜ਼ ਨੂੰ ਅਸੀਂ ਕਰਵਾਵਾਂਗੇ ਵੀ ਅਗਲਾ ਸਵਾਲ ਹੈ ਮੇਰਾ ਕਿ ਆਮ ਤੌਰ ਤੇ ਦੇਖਦੇ ਹਾਂ ਜਿਵੇਂ ਉਰੇ ਦਾ ਮਾਹੌਲ ਦੀ ਜਦੋਂ ਗੱਲ ਕਰੀਏ ਬਹੁਤ ਸੋਹਣਾ ਮਾਹੌਲ ਹੈ ਖੈਰ ਉਹ ਜੇ ਬਾਕੀ ਯੂਨੀਵਰਸਿਟੀਆਂ ਦਾ ਜਿਵੇਂ ਦੇਸ਼ ਦੀਆਂ ਦਾ ਦੇਖਦੇ ਹਾਂ ਉਸ ਤਰ੍ਹਾਂ ਦੇ ਨਾਲ ਉਰੇ ਨਾ ਤਾਂ ਕੋਈ ਭਾਈਚਾਰਕ ਸਾਂਝ ਦੇ ਵਿੱਚ ਕਿਸੇ ਤਰ੍ਹਾਂ ਦੀ ਗੜਬੜੀ ਆ ਠੀਕ ਹੈ ਛੋਟੀ ਮੋਟੀ ਗੱਲਬਾਤ ਆਪਸੀ ਕਲਾਂ ਸੁਣੀ ਹੁੰਦੀ ਰਹਿੰਦੀ ਆ ਪਰ ਕੁੜੀਆਂ ਦੇ ਇੱਕ ਸਿਕਿਉਰਿਟੀ ਨੂੰ ਲੈ ਕੇ ਬਹੁਤ ਮਸਲਾ ਉੱਠਿਆ ਸੀ ਵੀ ਸ਼ਾਮ ਦੇ ਸਮੇਂ ਜੀ ਉਰੇ ਡਾਰਾਂ ਘੁੰਮਦੀਆਂ ਰਹਿੰਦੀਆਂ ਨੇ ਗੱਡੀਆਂ ਘੁੰਮਦੀਆਂ ਰਹਿੰਦੀਆਂ ਨੇ ਗੇੜੀਆਂ ਵੱਜਦੀਆਂ ਰਹਿੰਦੀਆਂ ਨੇ ਪਿੱਛੇ ਜੇ ਸਚਿਨ ਹੋਰਾਂ ਮਸਲਾ ਕਾਫੀ ਚੱਕਿਆ ਸੀ ਜਦੋਂ ਧਰਨਾ ਵੀ ਲਾਇਆ ਸੀ ਇਹ ਚੀਜ਼ ਨੂੰ ਸ਼ੋਰ ਕਰੋਗੇ ਵੀ ਜੇ ਉਰੇ ਧੀ ਭੈਣ ਕੋਈ ਫਿਰਦੀ ਆ ਤਾਂ ਉਹਨੂੰ ਕੋਈ ਕਮ ਸੇ ਕਮ ਇਹ ਅਨਸੇਫ ਫੀਲ ਨਾ ਹੋਵੇ ਜੇ ਕੋਈ ਬਾਹਰੋਂ ਵੀ ਆਉਂਦੀ ਹੈ ਜਾਂ ਉਰੇ ਵੀ ਹੈ ਸਰ ਦੇਖੋ ਪਿਛਲੇ ਵਾਰ ਵੀ ਜਿਹੜੀ ਕਾਉਂਸਲ ਸੀ ਜਿਹਦੇ ਵਿੱਚ ਸਾਡੇ ਜੁਆਇੰਟ ਸੈਕਟਰੀ VP ਸੀਗੇ ਉਦੋਂ ਵੀ ਅਸੀਂ ਇਸ ਚੀਜ਼ ਤੇ ਪ੍ਰੈਸ਼ਰ ਦੇ ਕੇ ਹੈਲਪਲਾਈਨ ਇੱਕ ਆਊਟ ਕਰਾਤੀ ਸੀ ਕਿ ਕਿਸੇ ਵੀ ਟਾਈਮ ਕਿਸੇ ਕੁੜੀ ਨੂੰ ਅਗਰ ਕੋਈ ਵੀ ਇਸ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਮਹਿਸੂਸ ਹੁੰਦੀ ਤਾਂ ਹੈਲਪਲਾਈਨ ਤੇ ਤੁਰੰਤ ਫੋਨ ਕਰ ਸਕਦੇ ਯੂਨੀਵਰਸਿਟੀ ਵੱਲੋਂ ਇਹ ਹੈਲਪਲਾਈਨ ਜਾਰੀ ਹੋਈ ਸੀ ਇੱਕ ਤਾਂ ਚੀਜ਼ ਇਹ ਹੋ ਗਈ ਦੂਜਾ ਸਿਕਿਉਰਿਟੀ ਵਾਲਾ ਜਿਹੜਾ ਮਾਮਲਾ ਹੈ ਸਿਕਿਉਰਿਟੀ ਤੇ ਵੀ ਅਸੀਂ ਹਮੇਸ਼ਾ ਤੋਂ ਹੀ ਆਪਣਾ ਸਟੈਂਡ ਕਲੀਅਰ ਰੱਖਿਆ ਕਿ ਪ੍ਰੋਪਰ ਚੈਕਿੰਗ ਹੋਏ ਐਟਲੀਸਟ ਰਾਤ ਵੇਲੇ ਤਾਂ ਜੇ ਕੋਈ ਗੱਡੀਆਂ 'ਚ ਆਊਟਸਾਈਡਰ ਆ ਰਿਹਾ ਉਹਨਾਂ ਨੂੰ ਰੋਕਿਆ ਜਾਵੇ ਰਾਤ ਵੇਲੇ ਤਾਂ ਸਪੈਸ਼ਲੀ ਇਸ ਚੀਜ਼ ਤੇ ਧਿਆਨ ਦਿੱਤਾ ਜਾਵੇ ਤੇ ਹੋਰ ਸਿਕਿਉਰਿਟੀ ਪਰਸਨਲ ਇੱਥੇ ਰੱਖਿਆ ਜਾਵੇ ਬਾਕੀ ਹਮੇਸ਼ਾ ਤੋਂ ਹੀ ਸਾਡਾ ਟੌਪ ਮੋਸਟ ਪ੍ਰਾਇੋਰਟੀ ਤੇ ਸਿਕਿਉਰਿਟੀ ਵਿਮਨ ਸਿਕਿਉਰਿਟੀ ਦਾ ਇਸ਼ੂ ਰਿਹਾ ਸਾਡਾ ਤਾਂ ਜਿਹੜਾ ਮੈਨੀਫੈਸਟੋ ਹੀ ਹੈ ਉਹ ਵੀ ਵਿਮਨ ਸੈਂਟਰਿਕ ਹੈ ਇਸ ਲਈ ਵਿਮਨਸ ਦੀ ਗੱਲ ਵਿਮਨ ਇੰਪਾਵਰਮੈਂਟ ਵਿਮਨ ਦੇ ਹੱਕ ਦੀ ਗੱਲ ਹਮੇਸ਼ਾ ਤੋਂ ਹੀ NSA ਕਰਦੀ ਰਹੀ ਹੈ ਇਸ ਚੀਜ਼ ਨੂੰ ਵੀ ਪੂਰੇ ਪੁਰਜੋਰ ਨਾਲ ਅੱਗੇ ਰੱਖਾਂਗੇ ਦੁਬਾਰੇ ਵੀ ਗੱਲਾਂ ਬਾਤਾਂ ਖੈਰ ਹੁੰਦੀਆਂ ਰਹਿਣਗੀਆਂ ਸਚਿਨ ਸਾਡੇ ਨਾਲ ਖੈਰ